ਨੂੰ। ਫਰੀਦਕੋਟ ਵਿੱਚ ਬੰਦ ਪਈ ਸ਼ੂਗਰ ਮਿਲ ਚੋਂ ਦਰੱਖਤਾਂ ਦੀ ਕਟਾਈ ਦਾ ਮਾਮਲਾ ਹੁਣ ਵਾਤਾਵਰਣ ਪ੍ਰੇਮੀਆਂ ਦੁਆਰਾ ਐਨਜੀਟੀ ਵਿੱਚ ਚੁੱਕਿਆ ਗਿਆ, ਜਿਸ ਤੇ ਨੋਟਿਸ ਲੈਂਦੇ ਹੋਏ ਐਨਜੀਟੀ ਦੇ ਵੱਲੋਂ ਵਣ ਵਿਭਾਗ ਨੂੰ ਮੌਕੇ ਦਾ ਜਾਇਜ਼ਾ ਲੈ ਕੇ ਸਾਰੀ ਰਿਪੋਰਟ ਬਣਾ ਕੇ ਦਾਖਲ ਕਰਨ ਦੇ ਆਦੇਸ਼ ਦਿੱਤੇ ਗਏ ਨੇ, ਜਿਸ ਦੇ ਚੱਲਦੇ ਅੱਜ ਵਣ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਨੇ, ਜਿੱਥੇ ਉਹਨਾਂ ਦੁਆਰਾ ਸ਼ੂਗਰ ਮਿਲ ਤੋਂ ਕੱਟੇ ਗਏ ਦਰੱਖਤਾਂ ਦਾ ਤੇ ਖੜੇ ਦਰੱਖਤਾਂ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਉਹਨਾਂ ਦੀ ਗਿਣਤੀ ਕਰ ਉਹਨਾਂ ਦੀ ਨੰਬਰਿੰਗ ਵੀ ਕੀਤੀ ਗਈ ਹੈ। ਉਹਨਾਂ ਦੇ ਦੁਆਰਾ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਬਣਾ ਕੇ ਐਨਜੀਟੀ ਨੂੰ ਸੌਂਪਣ ਦੀ ਗੱਲ ਵੀ ਕੀਤੀ ਗਈ ਹੈ। ਜਿਹੜੀ ਖੰਡ ਮਿਲ ਫਰੀਦਕੋਟ ਆ, ਪਿਛਲੇ ਲੰਮੇ ਸਮੇਂ ਤੋਂ ਇੱਥੇ ਰੁੱਖ ਪੱਟੇ ਜਾ ਰਹੇ ਸੀਗੇ। ਕੁਝ ਦਿਨ ਪਹਿਲਾਂ ਜਦੋਂ ਜਥੇਬੰਦੀਆਂ ਨੂੰ ਪਤਾ ਲੱਗਾ ਵੀ ਇਹ ਕਟਾਈ ਲੰਮੇ ਸਮੇਂ ਤੋਂ ਚੱਲ ਰਹੀ ਆ, ਚੁੱਪ ਚਪੀਤੇ ਤੇ ਫਰੀਦਕੋਟ ਦੀਆਂ ਵਾਤਾਵਰਨ ਨੂੰ ਪ੍ਰੇਮ ਕਰਨ ਵਾਲੀਆਂ ਸੰਸਥਾਵਾਂ, ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਨਰੂਆ ਪੰਜਾਬ ਮੰਚ, ਸੀਰ ਬੀੜ ਤੇ ਹੋਰ ਜਿਹੜੇ ਵਾਤਾਵਰਨ ਪ੍ਰੇਮੀ ਸੀ, ਉਹਨਾਂ ਨੇ ਇਕੱਠੇ ਹੋ ਕੇ ਇੱਥੇ ਰੁੱਖ ਪੱਟਣ ਤੋਂ ਜਿਹੜੇ ਪੱਟ ਰਹੇ ਸੀ ਉਹਨਾਂ ਨੂੰ ਰੋਕਿਆ। ਉਸ ਤੋਂ ਬਾਅਦ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਐਚ.ਸੀ. ਅਰੋੜਾ ਸਾਹਿਬ ਵੱਲੋਂ ਸੰਬੰਧਿਤ ਅਦਾਰਿਆਂ ਨੂੰ ਨੋਟਿਸ ਕੱਢਿਆ। ਜਦੋਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਤਾਂ ਫਿਰ ਐਨਜੀਟੀ ਦੇ ਵਿੱਚ ਪਟੀਸ਼ਨ ਲਾਈ, ਜਿਹਦੀ ਸੁਣਵਾਈ 4 ਤਰੀਕ ਨੂੰ ਹੋਈ ਆ। ਮਾਣਯੋਗ 5 ਜੱਜ ਸਾਹਿਬਾਨਾਂ ਨੇ ਐਨਜੀਟੀ ਦੇ ਜਿਹੜਾ ਮਤਲਬ ਫੈਸਲਾ ਦਿੱਤਾ ਵੀ ਜਿਹੜੇ ਰੁੱਖ ਪੱਟੇ ਜਾ ਰਹੇ ਆ, ਇਸ ਤੇ ਜਿਹੜੇ ਮਤਲਬ ਪੰਜਾਬ ਦੇ ਵਣ ਵਿਭਾਗ ਦੇ ਮੁਖੀ ਨੇ ਉਹ ਇਹਨਾਂ ਤੇ ਜਾ ਕੇ ਸਾਰੀ ਛਾਣਬੀਣ ਕਰਨ ਤੇ ਜੇ ਗੈਰ ਕਾਨੂੰਨੀ ਢੰਗ ਨਾਲ ਪੱਟੇ ਜਾਂਦੇ ਉਹਨਾਂ ਤੇ ਬਣਦੀ ਕਾਰਵਾਈ, ਕਾਨੂੰਨੀ ਕਾਰਵਾਈ ਵੀ ਹੋਵੇ। ਇਸ ਦੇ ਨਾਲ ਜੇ ਇੱਕ ਰੁੱਖ ਪੱਟਣ ਤੇ 10 ਰੁੱਖ ਲਾਉਣ ਦੀ ਗੱਲ ਆਉਂਦੀ ਆ, ਜੇ ਮਤਲਬ ਸੁਪਰੀਮ ਕੋਰਟ ਜਾਂ ਐਨਜੀਟੀ ਦੀ ਡਾਇਰੈਕਸ਼ਨ ਆ, ਤੇ ਜੇ ਇੱਥੋਂ 1000 ਰੁੱਖ ਪੱਟੇ ਗਏ, 2000 ਰੁੱਖ ਪੱਟੇ ਗਏ ਤੇ 20000 ਰੁੱਖ ਕਿੱਥੇ ਲਾਏ ਗਏ, ਉਹ ਵੀ ਅਸੀਂ ਪੁੱਛਣਾ ਚਾਹੁੰਦੇ ਹਾਂ। ਦੂਸਰੀ ਨੰਬਰਿੰਗ ਜਿਹੜੀ ਅੱਜ ਗੱਲ ਚੱਲੀ ਸੀ ਵੀ ਨੰਬਰਿੰਗ ਹੁਣ ਵਿਭਾਗ ਲਾਉਣ ਲੱਗਾ, ਇਸ ਤੋਂ ਪਹਿਲਾਂ ਜਿਹੜੇ ਰੁੱਖ ਪੱਟੇ ਗਏ ਆ ਜਿਨ੍ਹਾਂ ਦੀ ਕੋਈ ਲਿਮਟ ਨਹੀਂ, ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨੇ ਪੱਟੇ ਗਏ, ਉਹਨਾਂ ਦੀ ਗਿਣਤੀ ਬਾਰੇ ਦੁਬਾਰਾ ਫਿਰ ਵਿਭਾਗ ਦੇ ਅਫਸਰ ਸਾਹਿਬਾਨਾਂ ਨੂੰ ਕਿਹਾ। ਜੇ ਪੰਜਾਬ ਦੇ ਵਿੱਚ ਰੁੱਖ ਪੱਟਣ ਤੇ ਅਸੀਂ 10 ਸਾਲ ਦੇ ਵਾਸਤੇ ਪਾਬੰਦੀ ਮੰਗਦੇ, ਜੋ ਹਾਲਾਤ ਨੇ ਅੱਜ ਆਕਸੀਜਨ ਦਾ ਕੀ ਕਹਿਰ ਆ, ਰੋਡਾਂ ਤੇ ਰੁੱਖ ਨਹੀਂ ਰਹੇ, ਖੇਤਾਂ 'ਚ ਰੁੱਖ ਨਹੀਂ ਰਹੇ, ਤੇ ਜਿਹੜੇ ਸਰਕਾਰੀ ਥਾਵਾਂ ਤੇ ਰੁੱਖ ਖੜੇ ਸੀ ਇੱਕ 67 ਲੱਖ ਰੁਪਏ ਦੇ ਪਿੱਛੇ ਸਰਕਾਰ ਨੇ ਪਟਾਇਆ, ਜੋ ਬਹੁਤ ਨਿੰਦਣਯੋਗ ਆ। ਤੇ ਇਹ ਅਖੀਰਲੇ ਦਮ ਤੱਕ ਆਪਾਂ ਇਸ ਨੂੰ ਲੜਾਂਗੇ। ਜੇ ਵਿਭਾਗ ਵੱਲੋਂ ਬਣਦੀ ਕਾਰਵਾਈ ਕਾਨੂੰਨ ਅਨੁਸਾਰ ਨਾ ਕੀਤੀ ਗਈ ਤੇ ਐਨਜੀਟੀ ਦਾ ਦੁਬਾਰਾ ਦਰਵਾਜ਼ਾ ਖੜਕਾਵਾਂਗੇ। ਜਿੰਨੇ ਚਿਰ ਮਤਲਬ ਪੰਜਾਬ ਦੇ ਵਿੱਚ ਇਕੱਲੀ ਮਿਲ ਹੀ ਛੱਡੋ, ਜਿੰਨੇ ਚਿਰ ਪੰਜਾਬ ਦੇ ਸਾਰੇ ਰੁੱਖਾਂ ਨੂੰ ਬਚਾਉਣ ਦੇ ਲਈ ਆਪਾਂ ਸੰਘਰਸ਼ ਜਾਰੀ ਰਹੂਗਾ। ਜਿੰਨ ਚੁੱਪ ਕਰਕੇ ਨਹੀਂ ਬੈਠਾਂਗੇ ਜਿੰਨੇ ਚਿਰ ਪੰਜਾਬ ਦੇ ਰੁੱਖਾਂ ਜਿਹੜੇ ਪੱਟਣ ਤੇ ਪਾਬੰਦੀ ਨਾ ਲਾਈ ਜਾਵੇ। ਬਿਲकुल जी, जे वेखो ਜਿਹੜੇ ਪਰਪਸ ਪਹਿਲਾਂ ਉਹ ਜਦੋਂ ਕੋਈ ਚੀਜ਼ ਲੈਂਦੀ ਸਰਕਾਰ ਉਹਦਾ ਦਿਸ਼ਾ ਤੈਅ ਕਰਦੀ ਆ ਵੀ ਅਸੀਂ ਇਸ ਕੰਮ ਵਾਸਤੇ ਲੈ ਰਹੇ ਹਾਂ। ਜੇ ਸ਼ੂਗਰ ਮਿਲ ਲਾਉਣ ਵਾਸਤੇ ਲਈ ਸੀ, ਕਿਸਾਨਾਂ ਦੇ ਭਵਿੱਖ ਵਧੀਆ ਬਣਾਉਣ ਵਾਸਤੇ, ਫਸਲ ਦੀ ਮਤਲਬ ਚੇਂਜ ਲਿਆਉਣ ਵਾਸਤੇ, ਗੰਨੇ ਵਾਸਤੇ ਜਾਂ ਉਹਨਾਂ ਨੂੰ ਰੁਜ਼ਗਾਰ ਵਾਸਤੇ, ਜੇ ਤੁਸੀਂ ਇਹ ਕਲੋਨੀਆਂ ਕੱਟਣੀਆਂ ਫਿਰ ਕਿਸਾਨਾਂ ਨੂੰ ਵਾਪਸ ਮੋੜ ਦਿਓ, ਕਿਸਾਨ ਆਪ ਕੱਟ ਲੈਣਗੇ। ਤੇ ਜੇ ਤੁਸੀਂ ਲਾਉਣਾ ਸੀ ਇੱਥੇ ਮਤਲਬ ਮਿਲਕ ਪਲਾਂਟ ਲੱਗ ਸਕਦੀ, ਪ੍ਰੋਸੈਸਿੰਗ ਪਲਾਂਟ ਲੱਗ ਸਕਦੇ, ਨਾਲੇ ਜੰਗਲ ਬਚ ਸਕਦੇ, ਨਾਲੇ ਲੋਕਾਂ ਨੂੰ ਰੁਜ਼ਗਾਰ, ਨਾਲੇ ਖੇਤੀ ਦੀ ਮਤਲਬ ਜਿਹੜੀ ਵਿਭਿੰਨਤਾ ਆਉਣ ਵਾਲੀ ਸੰਭਾਵਨਾ ਆਉਂਦੀ ਸੀ। ਤੇ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਜਿਹੜੀਆਂ ਸ਼ਹਿਰਾਂ 'ਚ ਕਲੋਨੀਆਂ ਕੱਟੀਆਂ ਬੇਵਾਦ ਪਈਆਂ, ਕੋਈ ਖਰੀਦ ਨਹੀਂ ਰਿਹਾ, ਤੇ ਪੁੱਡਾ ਤੋਂ ਇਹ ਕਿਹਨੇ ਖਰੀਦਣੀ ਆ। ਤੇ ਇਸ ਕਰ ਮਤਲਬ ਕਿਸਾਨੀ ਨਾਲ ਸੰਬੰਧਿਤ, ਖੇਤੀ ਨਾਲ ਸੰਬੰਧਿਤ ਦੀ ਇੰਡਸਟਰੀ ਇੱਥੇ ਆਉਂਦੀ ਤਾਂ ਬਿਹਤਰ ਸੀ, ਨਾਲੇ ਰੁਜ਼ਗਾਰ ਮਿਲਣਾ ਸੀ, ਸਰਕਾਰ ਦੇ ਇਨਕਮ ਦੇ ਸਾਧਨ ਵਜੇ। ਜਿਹੜਾ ਇਹ ਏਰੀਆ ਸੀਗਾ ਇਹਨੂੰ ਜੰਗਲ ਘੋਸ਼ਿਤ ਕਰਕੇ ਇੱਥੇ ਮਤਲਬ ਲੋਕਾਂ ਦੇ ਆਉਣ ਜਾਣ ਦੇ ਲਈ ਇਹਨੂੰ ਮਤਲਬ ਜਿਵੇਂ ਹਰੀਕੇ ਹੈੱਡ ਵਾਂਗੂ ਇਹਨੂੰ ਜੰਗਲ ਨੂੰ ਘੋਸ਼ਿਤ ਕਰਦੇ ਜੀ। ਅੱਜ ਜਿਹੜੇ ਐਨਜੀਟੀ ਵੱਲੋਂ ਹੁਕਮ ਕੀਤੇ ਗਏ ਸੀਗੇ ਲੋਕ ਵਣਪਾਲ ਪੰਜਾਬ ਨੂੰ, ਉਹਨਾਂ ਦੀਆਂ ਹਦਾਇਤਾਂ ਤੇ ਜਿਹੜੇ ਇਹਨਾਂ ਦੇ ਸੀਨੀਅਰ ਅਫਸਰ ਸਾਹਿਬਾਨ ਆਏ ਆ, ਅੱਜ ਉਹਨਾਂ ਨੇ ਇਸ ਮਿੱਲ ਦਾ ਦੌਰਾ ਕੀਤਾ ਤੇ ਜਿਹੜੀਆਂ ਸੰਸਥਾਵਾਂ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਵੀ ਰੁੱਖ ਲੋੜੋਂ ਵੱਧ ਕੱਟੇ ਗਏ ਆ, ਉਹਦੀ ਇੱਕ ਤਾਂ ਗਿਣਤੀ ਕਰਵਾਓ ਪੱਟੇ ਗਏ ਰੁੱਖਾਂ ਦੀ। ਜਿਹੜਾ ਇਹਨਾਂ ਦੇ ਟੈਂਡਰ ਦੇ ਮੁਤਾਬਕ ਵੀ ਜੇ ਜਿੰਨਾ ਸਮਾਂ ਨਿਰਧਾਰਿਤ ਕੀਤਾ, ਦੂਜਾ ਪੱਖ ਵੀ ਲੈ ਲਈਏ ਕਾਨੂੰਨੀ, ਜੇ ਉਹ ਦਿਨ ਲੰਘਦੇ ਆ ਉਸ ਤਰੀਕ ਤੋਂ ਜਿਸ ਦੇ ਤਰੀਕੇ ਨਾਲ ਇਹਨਾਂ ਦਾ ਐਗਰੀਮੈਂਟ ਹੋਇਆ, ਉਹਦੇ ਵਿੱਚ ਇਹਨਾਂ ਨੇ 70 ਦਿਨ ਅੱਜ ਕਿਹਾ, 70 ਦਿਨ ਤੋਂ ਉੱਤੇ ਜੇ ਇੱਕ ਦਿਨ ਵੀ ਹੁੰਦਾ ਤੇ ਜਿਹੜੇ ਰੁੱਖ ਪੱਟੇ ਗਏ ਗੈਰ ਕਾਨੂੰਨੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਠੇਕੇਦਾਰ ਤੇ ਵੀ ਤੇ ਸੰਬੰਧਿਤ ਵਿਭਾਗ ਤੇ ਵੀ, ਜਿਹੜੇ ਇਹਨਾਂ ਦੇ ਉੱਚ ਅਧਿਕਾਰੀ ਆ ਜਿਨ੍ਹਾਂ ਨੇ ਇਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਰੁੱਖ ਪੱਟਣ ਦੀ ਆਗਿਆ ਦਿੱਤੀ। ਮੈਨੂੰ ਡਿਪਾਰਟਮੈਂਟ ਦੀ ਤਰਫੋਂ ਮਤਲਬ ਕਿਹਾ ਗਿਆ ਸੀ, ਕਿਉਂਕਿ ਮੈਂ ਐਨਜੀਟੀ ਦੇ ਆਰਡਰ ਵੀ ਪੜ੍ਹੇ ਹੈ, ਕੱਲ੍ਹ ਹੀ ਤਾਂ ਮੈਂ ਅੱਜ ਮੌਕਾ ਦੇਖਣ ਆਇਆ ਤੇ ਮੈਂ ਗੱਲਬਾਤ ਸਾਰਿਆਂ ਦੀ ਸੁਣੀ ਹੈ। ਆਪਣਾ NGOs ਜਿਹੜੇ ਹੈਗੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਨੂੰ ਵੀ ਸੁਣਿਆ, ਮੌਕਾ ਵੀ ਦੇਖਿਆ, ਸਾਰਿਆਂ ਨੂੰ ਗੱਲਬਾਤ ਕੀਤੀ ਹੈ। ਮੈਂ ਹੁਣ ਡੀ ਸਾਹਿਬ ਨੂੰ ਵੀ ਮਿਲੂੰਗਾ ਜਾ ਕੇ, ਤੇ ਜੋ ਵੀ ਮੇਰੀ ਤਰਫੋਂ ਜੋ ਬਣਦਾ ਹੈ ਕੋਈ ਰਿਪੋਰਟ ਹੈ ਲੈ ਕੇ ਉਹ ਮੈਂ ਆਪਣੇ ਡਿਪਾਰਟਮੈਂਟ ਨੂੰ ਭੇਜਾਂ। ਸਰ, ਐਨਜੀਟੀ ਵੱਲੋਂ ਕਿਸ ਤਰ੍ਹਾਂ ਦੇ ਨਿਰਦੇਸ਼ ਨੇ ਕਿ ਦਰਖਤਾਂ ਦੀ ਪੁਆਇੰਟਸ ਕੀਤੀ ਜਾਏਗੀ, ਉਹਨਾਂ ਦੀ ਨੰਬਰਿੰਗ ਕੀਤੀ ਜਾਏਗੀ?
ਜਾਂ ਉਹਨਾਂ ਦੀ ਕੋਈ ਮੇਜ਼ਰਮੈਂਟ ਕਰਕੇ? ਐਨਜੀਟੀ ਵੱਲੋਂ ਡਿਪਾਰਟਮੈਂਟ ਨੂੰ ਤਾਂ ਇਹੀ ਹੈ ਕਿ ਇਸ ਨੂੰ ਦੇਖਿਆ ਜਾਵੇ ਕਿ ਇਹਦੇ 'ਚ ਕੀ ਕਰੈਕਟਿਵ ਮੈਜ਼ਰਸ ਜਿਹੜੇ ਆ ਲਏ ਜਾ ਸਕਦੇ ਆ, ਤੇ ਜੇ ਕੋਈ ਇਹਦੇ ਵਿੱਚ ਕੋਈ ਮਤਲਬ ਕੋਈ ਹੈ ਕਿਸੇ ਦੀ ਗਲਤੀ ਤਾਂ ਉਸ ਨੂੰ ਦੇਖਿਆ ਜਾਵੇ, ਤਾਂ ਉਹਦੇ 'ਚ ਕੀ ਅਸੀਂ ਮੈਜ਼ਰਸ ਇਹਨੂੰ ਲੈ ਸਕਦੇ ਹਾਂ ਹੋਰ ਆ, ਉਹ ਫਿਰ ਡਿਪਾਰਟਮੈਂਟ ਨੂੰ ਰਿਪੋਰਟ ਕਿੰਨੇ ਕਰ। ਦਿਨਾਂ ਵਿੱਚ ਜਿਹੜੀ ਰਿਪੋਰਟ ਬਣਾ ਕੇ ਤੁਹਾਡੇ ਕੋਲ? ਰਿਪੋਰਟ ਬਹੁਤ ਹੀ ਜਲਦੀ ਵਿਦਿਨ 1 ਵੀਕ ਜਾਂ ਮੈਂ ਉਸ ਤੋਂ ਵੀ ਪਹਿਲਾਂ ਇਹਨੂੰ ਭੇਜ ਦਿਆਂਗਾ। ਸਰ ਕੋਈ ਜੰਗਲਾਤ ਵਿਭਾਗ ਦਾ ਵੀ ਇਸ ਵਿੱਚ ਕੋਈ ਬੰਦੀ ਹਿੱਸੇਦਾਰੀ, ਕਿ ਜਿਸ ਤਰ੍ਹਾਂ ਇਹ ਦਰਖਤ ਲੱਗੇ ਨੇ ਇਸ ਵਿੱਚ ਜੰਗਲਾਤ ਵਿਭਾਗ ਦਾ ਵੀ ਕੋਈ ਹਿੱਸੇਦਾਰੀ ਹੁੰਦੀ ਹੈ? ਨਹੀਂ, ਇਸ ਤਰ੍ਹਾਂ ਹੈ ਕਿ ਇਹ ਇੱਕ ਚਾਹੇ ਗਵਰਨਮੈਂਟ ਦੀ ਜ਼ਮੀਨ ਹੋਵੇ ਚਾਹੇ ਕਿਸੇ ਦੀ, ਇਹ ਇੱਕ ਡਿਪਾਰਟਮੈਂਟ ਦੀ ਜ਼ਮੀਨ ਹੈ। ਇਹ ਪ੍ਰੋਟੈਕਟਡ ਫੋਰੈਸਟ ਜਾਂ ਡੀਮ ਫੋਰੈਸਟ ਨਹੀਂ ਹੈ ਰਿਕਾਰਡ ਦੇ ਵਿੱਚ, ਜੋ ਮੈਂ ਡਿਸਕਸ ਕੀਤਾ, ਮੈਂ ਦੇਖਿਆ ਹੈ। ਔਰ ਇਹ ਸਾਡੇ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਅਸੈਸਮੈਂਟ ਕਰਕੇ ਦਿੱਤੀ ਗਈ ਹੈ, ਕਿਉਂਕਿ ਇਹ ਇੱਕ ਗਵਰਨਮੈਂਟ ਹੈ, ਲੋਕ ਗਵਰਨਮੈਂਟ ਡਿਪਾਰਟਮੈਂਟ ਅਸੈਸ ਕਰਦੇ ਆ ਕਿ ਕਈ ਵਾਰ ਕੋਈ ਦਰਖਤ ਉਹਨਾਂ ਨੇ ਡਿਵੈਲਪਮੈਂਟ ਪਰਪਸ ਤੋਂ ਕਟਾਉਣਾ ਹੈ, ਕੋਈ ਬਿਲਡਿੰਗ ਤੇ ਡਿੱਗ ਰਿਹਾ ਹੈ, ਕੋਈ ਦੇਰ ਆਰ ਲੋਟ ਆਫ ਰੀਜ਼ਨਸ। ਤਾਂ ਸਾਡੇ ਡਿਪਾਰਟਮੈਂਟ ਨੇ ਇਹਨਾਂ ਨੂੰ ਅਸੈਸ ਕਰਕੇ ਦਿੱਤਾ ਸਰਕਾਰੀ ਰੇਟ ਤੇ ਕਿ ਇਹਨਾਂ ਦੀ ਬੇਨਤੀ ਤੇ ਕਿ ਇਹ ਮਤਲਬ ਇਹ ਇੰਨੇ ਦਾ ਹੈ ਇਹ ਦਰਖਤ, ਜੋ ਉਹਦੀ ਵੈਲਿਊ ਟੈਂਟਿਵ। ਲੇਕਿਨ ਨਾਲ ਉਹਨਾਂ ਨੇ ਇਹ ਵੀ ਡਾਇਰੈਕਟ ਕੀਤਾ ਥੱਲੇ, ਜੇ ਤੁਸੀਂ ਲੈਟਰ ਪੜ੍ਹੋਗੇ, ਕਿ ਇਹਨਾਂ ਨੂੰ ਕਟਾਉਣਾ ਜਾਂ ਨਾ ਕਟਾਉਣਾ ਮਤਲਬ ਦੀ ਸਾਡੀ ਪ੍ਰਵਾਨਗੀ ਨਹੀਂ ਹੈਗੀ, ਤੇ ਹਰੇ ਦਰਖਤ ਨਾ ਕਟਵਾਏ ਜਾਣ, ਵੱਧ ਤੋਂ ਵੱਧ ਰੁੱਖ ਲਾਏ ਜਾਣ। ਸਾਡੇ ਡਿਪਾਰਟਮੈਂਟ ਨੇ ਜੋ ਡੀਐਫਓ ਫਿਰੋਜ਼ਪੁਰ ਨੇ ਅਸੈਸਮੈਂਟ ਕੀਤੀ, ਉਹਦੇ ਵਿੱਚ ਕਲੀਅਰ ਕੱਟ ਲਿਖਿਆ ਹੈ। ਸਰ ਇਸ ਤੋਂ ਇਲਾਵਾ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੂੰ ਜਿਹੜੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਾਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ, ਉਸ ਵਿੱਚ ਦਰਖਤਾਂ ਦੀ ਗਿਣਤੀ ਨੂੰ ਲੈ ਕੇ ਵੀ ਕਾਫੀ ਸਵਾਲ ਖੜੇ ਕੀਤੇ ਕਿ ਗਿਣਤੀ ਜ਼ਿਆਦਾ ਸੀ ਪਰ ਦੱਸੀ ਘੱਟ ਗਈ ਹੈ, ਜਿਹੜੀ ਉਹਨਾਂ ਨੂੰ ਕੰਟੈਕਟ ਦਿੱਤਾ ਗਿਆ। ਉਹ ਮੌਕੇ ਤੇ ਵੈਰੀਫਾਈ ਕਰਨ ਨੂੰ ਮੈਂ ਆਲਰੇਡੀ ਰੇਂਜ ਅਫਸਰ ਨੂੰ ਕਹਿ ਦਿੱਤਾ ਕਿ ਕੀ ਹੈ, ਮੈਂ ਸਾਰਿਆਂ ਦੇ ਸਾਹਮਣੇ ਹੀ ਇਹ ਗੱਲ ਕਹੀ ਹੈ ਕਿ ਇਹਨੂੰ ਆਪਾਂ ਦੁਬਾਰਾ ਗਿਣਤੀ ਕਰ ਲਓ, ਕੀ ਰੁੱਖ ਜਿਹੜੇ ਕੱਟੇ ਗਏ ਆ ਉਹ ਕਿੰਨੇ ਹੈ, ਕਿੰਨਾ ਆਪਦਾ ਦੇਣਗੇ, ਉਹਨੂੰ ਕਾਊਂਟ ਕਰ ਲਾਂਗੇ ਉਹਨਾਂ ਕੋਲ। ਸਬਸਕ੍ਰਾਈਬ ਕਰੋ BBC ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।